ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਪਹਿਲਾ ਨਾਮ ਮਾਧੋ ਦਾਸ ਬੈਰਾਗੀ ਆ, ਉਸ ਦੇ ਉੱਤੇ ਆਪਣੀ ਬਖਸ਼ਿਸ਼ ਕੀਤੀ। ਉਸ ਦੇ ਗੁਰੂ ਬਾਰੇ ਉਹਨੂੰ ਗਿਆਨ ਕਰਾ ਕੇ ਪ੍ਰਤੱਖ ਦਿਖਾ ਦਿੱਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਬੈਰਾਗੀ ਦੇ ਅੰਦਰ ਸਤਿਗੁਰਾਂ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ ਵੱਧ ਗਈ ਤੇ ਮਾਧੋ ਦਾਸ ਬੈਰਾਗੀ ਜੀ ਦਾ ਜੇ ਕੋਈ ਥੋੜਾ ਪਿਛਾਂਹ ਚਲੇ ਜਾਈਏ, ਉਹਨਾਂ ਦਾ ਜੀਵਨ ਦੇਖਦੇ ਹਾਂ ਤਾਂ ਉਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਐਸੇ ਪ੍ਰਸੰਗ ਆਏ ਨੇ। ਬਹੁਤ ਵਾਰ ਉਹਨਾਂ ਨੂੰ ਸਾਧੂ ਵੀ ਮਿਲੇ ਆ, ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਣ ਵਾਲੇ ਵੀ ਮਿਲੇ ਆ, ਗਿਆਨ ਦੇਣ ਵਾਲੇ ਵੀ ਮਿਲੇ ਆ, ਪਰ ਜੋ ਸ਼ਰਧਾ ਭਾਵਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਉਹਨਾਂ ਦੇ ਅੰਦਰ ਬਣੀ ਆ, ਜੋ ਕਿਰਪਾ ਗੁਰੂ ਸਾਹਿਬ ਦੀ ਹੋਈ ਆ, ਉਹ ਹੋਰ ਕਿਤੋਂ ਪ੍ਰਾਪਤ ਨਹੀਂ ਹੋਈ। ਤਾਂ ਜਿਵੇਂ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਬਹਾਦਰ ਜੇ ਉਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 27 ਅਕਤੂਬਰ 1670 ਈਸਵੀ ਦੇ ਵਿੱਚ, ਜੋ ਕਸ਼ਮੀਰ ਦੇ ਵਿੱਚ ਪੁੰਛ ਜ਼ਿਲ੍ਹਾ ਰਾਜੌਰੀ ਦੇ ਵਿੱਚ ਬਾਬਾ ਰਾਮਦੇਵ ਜੀ ਦੇ ਘਰ ਮਾਧੋ ਦਾਸ ਬੈਰਾਗੀ ਜੀ ਦਾ ਜਨਮ ਹੋਇਆ। ਤਾਂ ਜੋ ਬਾਬਾ ਰਾਮਦੇਵ ਜੀ ਹੋਏ ਆ, ਉਹ ਆਪ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਆ ਤੇ ਰਾਜਪੂਤਾਂ ਦੀ ਇਹਨਾਂ ਦੀ ਇਹ ਵੰਸ਼ ਚੱਲਦੀ ਸੀ। ਤੇ ਸਾਧ ਸੰਗਤ ਕੋਈ ਵੀ ਪ੍ਰਾਣੀ ਆ, ਉਹਦੇ ਜੀਵਨ ਵਿੱਚ ਅਨੇਕ ਤਰ੍ਹਾਂ ਦੇ ਉਤਾਰ ਚੜਾਵ ਆਉਂਦੇ ਆ, ਜਿਸਨੂੰ ਵਚਨ ਆਉਂਦੇ ਆ ਪੁੰਨੀ ਪਾਪੀ ਆਖਣਾ। ਵਚਨ ਆਉਂਦੇ ਆ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸੁੱਖ ਵੀ ਆਉਂਦੇ ਆ, ਦੁੱਖ ਵੀ ਆਉਂਦੇ ਆ, ਕਿਤੇ ਇਨਸਾਨ ਪਾਪ ਕਰ ਬੈਠਦਾ, ਕਿਤੇ ਇਨਸਾਨ ਪੁੰਨ ਕਰ ਬੈਠਦਾ, ਫਲ ਦੋਨਾਂ ਦਾ ਪ੍ਰਾਪਤ ਹੁੰਦਾ। ਤਾਂ ਸਾਧ ਸੰਗਤ ਇਸੇ ਤਰ੍ਹਾਂ ਬਹੁਤ ਸਾਰੀਆਂ ਘਟਨਾਵਾਂ ਜੀਵਨ ਦੇ ਵਿੱਚ ਇਹੋ ਜਿਹੀਆਂ ਹੁੰਦੀਆਂ ਨੇ, ਜਿੱਥੇ ਬੰਦਾ ਪਾਪ ਕਰਦਾ ਹੋਇਆ ਵੀ ਉਹਦਾ ਜਿਹੜਾ ਮਨ ਹੈ ਉਹ ਟੁੱਟ ਜਾਂਦਾ ਹੈ ਪਾਪ ਵੱਲੋਂ, ਤੇ ਚੰਗੇ ਕਰਮਾਂ ਵੱਲ ਲੱਗਣ ਨੂੰ ਉਹਦਾ ਮਨ ਕਰਦਾ। ਐਸੇ ਬਹੁਤ ਸਾਰੇ ਪ੍ਰਾਣੀ ਹੋਏ ਜਿਹੜੇ ਪੂਰਨ ਮਹਾਪੁਰਸ਼ ਪੂਰਨ ਸਤਿਗੁਰੂ ਦੀ ਭਾਲ ਕਰਦੇ ਰਹੇ ਆ ਕਿ ਹੁਣ ਸਾਡਾ ਪੂਰੇ ਗੁਰੂ ਬਿਨਾ ਉਧਾਰ ਨਹੀਂ ਹੁੰਦਾ। ਤੇ ਉਹਨਾਂ ਦੇ ਵਿੱਚੋਂ ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਹੈ। ਜਦੋਂ ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ ਤੇ ਉਸ ਸਮੇਂ ਉਹਨਾਂ ਦੀ ਜਿਹੜੀ ਬਿਰਤੀ ਆ ਉਹ ਕੇਵਲ ਸ਼ਿਕਾਰ ਬਿਰਤੀ ਸੀ। ਅਨੇਕ ਜੀਵਾਂ ਦਾ ਉਹ ਸ਼ਿਕਾਰ ਕਰਦੇ ਹੁੰਦੇ ਸੀ। ਤੇ ਸਾਧ ਸੰਗਤ ਅੰਤਰ ਹੁੰਦਾ ਹੈ ਗੁਰੂ ਦੇ ਗਿਆਨ ਵਿੱਚ ਤੇ ਇੱਕ ਮਨਮੁਖ ਦੇ ਗਿਆਨ ਵਿੱਚ, ਕਿਉਂਕਿ ਗੁਰਮੁਖ ਦਾ ਗਿਆਨ ਆਪਣਾ ਹੈ ਤੇ ਮਨਮੁਖ ਦੇ ਵਿੱਚ ਬੰਦਾ ਆਪਣਾ ਗਿਆਨ ਵਰਤਦਾ ਹੈ। ਸ਼ਸਤਰ ਉਹੀ ਹੁੰਦਾ ਹੈ ਜਦੋਂ ਕਿਸੇ ਜ਼ੁਲਮੀ ਰਾਜੇ ਦੇ ਹੱਥ ਵਿੱਚ ਆ ਜਾਂਦਾ ਹੈ, ਉਦੋਂ ਉਹ ਤਲਵਾਰ ਬਣ ਕੇ ਜ਼ਾਲਮ ਬਣ ਜਾਂਦਾ ਹੈ, ਉਹਨਾਂ ਨੂੰ ਦੁਖੀ ਕਰਦਾ ਹੈ, ਗਰੀਬਾਂ ਨੂੰ ਤੰਗ ਕਰਦਾ ਹੈ। ਪਰ ਸ਼ਸਤਰ ਉਹੀ ਹੁੰਦਾ ਹੈ ਜਦੋਂ ਕਿਸੇ ਪੂਰਨ ਸੰਤ ਮਹਾਪੁਰਸ਼ ਸਤਿਗੁਰੂ ਦੇ ਹੱਥ ਵਿੱਚ ਆ ਜਾਂਦਾ ਹੈ ਤੇ ਸਤਿਗੁਰੂ ਸ਼ਸਤਰ ਦੇ ਨਾਲ ਉਹਨਾਂ ਨੂੰ ਰੱਖਿਆ ਵੀ ਕਰਦਾ ਹੈ। ਉਹਨਾਂ ਦੇ ਹੱਥ ਵਿੱਚ ਆ ਕੇ ਉਹ ਤਲਵਾਰ ਕਿਰਪਾਨ ਬਣ ਜਾਂਦੀ ਆ, ਉਹਨਾਂ ਦੀ ਇੱਜ਼ਤ ਵੀ ਰੱਖਦੀ ਆ, ਉਹਨਾਂ ਤੇ ਕਿਰਪਾ ਵੀ ਕਰਦੀ ਹੈ। ਇਸ ਕਰਕੇ ਜਿਹੜਾ ਸਮਾਂ ਹੈ
ਉਹ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ। ਉਹ ਵੀ ਸਮਾਂ ਸੀ ਜਦੋਂ ਇਹਨਾਂ ਦਾ ਨਾਮ ਸੀ ਲਛਮਣ ਦਾਸ ਜੀ, ਤੇ ਇਹਨਾਂ ਦੇ ਹੱਥ ਵਿੱਚ ਤਲਵਾਰ ਹੁੰਦੀ ਸੀ, ਤੇ ਇਹਨਾਂ ਦੇ ਹੱਥ ਵਿੱਚ ਤੀਰ ਕਮਾਨ ਹੁੰਦਾ ਸੀ, ਤੇ ਅਨੇਕਾਂ ਜੀਵਾਂ ਨੂੰ ਸ਼ਿਕਾਰ ਕਰਕੇ ਮਾਰਦੇ ਸਨ। ਪਰ ਫਿਰ ਸਮਾਂ ਬਦਲਿਆ। ਉਹ ਸਾਰੇ ਪ੍ਰਸੰਗ ਆਪਾਂ ਵਿਚਾਰ ਕਰਾਂਗੇ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਹੋਈ, ਤੇ ਉਹੀ ਜਿਹੜੀ ਤਲਵਾਰ ਕਿਰਪਾਨ ਬਣ ਕੇ ਸਾਧ ਸੰਗਤ ਗਰੀਬਾਂ ਦੀ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਓਟ ਬਣ ਗਈ। ਇਹ ਅੰਤਰ ਹੈ ਪੂਰੇ ਗੁਰੂ ਦੀ ਬਖਸ਼ਿਸ਼ ਦੇ ਵਿੱਚ। ਤੇ ਸਾਧ ਸੰਗਤ ਜਿਹੜਾ ਪ੍ਰਾਣੀ ਆ ਅਗਿਆਨਤਾ ਦੇ ਵਿੱਚ ਇਹ ਭੁੱਲਿਆ ਰਹਿੰਦਾ ਹੈ, ਕਿਉਂਕਿ ਇੱਕ ਪਸ਼ੂ ਬਿਰਤੀ ਹੁੰਦੀ ਆ, ਇੱਕ ਮਾਰ ਧਾਰ ਕਰਨ ਵਾਲੀ ਬਘਿਆੜ ਵਾਲੀ ਬਿਰਤੀ ਹੁੰਦੀ ਆ, ਇੱਕ ਭੂਤ ਪ੍ਰੇਤ ਬਿਰਤੀ ਹੁੰਦੀ ਆ, ਇੱਕ ਸਾਧ ਸੰਗਤ ਜੀ ਮਾਨਸ ਬਿਰਤੀ ਹੁੰਦੀ ਆ। ਤੇ ਜਿਵੇਂ ਸਾਧ ਸੰਗਤ ਇੱਕ ਦੁੱਧ ਹੁੰਦਾ ਹੈ, ਉਹ ਦੁੱਧ ਦੇ ਵਿੱਚੋਂ ਆਪਾਂ ਦਹੀਂ ਵੀ ਬਣਾ ਸਕਦੇ ਹਾਂ, ਮੱਖਣ ਵੀ ਬਣਾ ਸਕਦੇ ਹਾਂ, ਉਹਦੇ ਵਿੱਚੋਂ ਆਪਾਂ ਪਨੀਰ ਵਗੈਰਾ ਹੋਰ ਵੀ ਚੀਜ਼ਾਂ ਬਣਾ ਸਕਦੇ ਹਾਂ। ਇਸੇ ਤਰ੍ਹਾਂ ਸਾਧ ਸੰਗਤ ਤੇ ਸਾਡੀ ਮਨੁੱਖਾਂ ਦੇ ਸਰੀਰ ਹੈ। ਜੇਕਰ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਵੇ ਤੇ ਇਹ ਇਨਸਾਨ ਧਰਮਾਤਮਾ ਪੁਰਸ਼ ਬਣ ਕੇ ਪਰਉਪਕਾਰ ਕਰਦਾ ਹੈ। ਜੇਕਰ ਇਸ ਨੂੰ ਸੰਗਤ ਮਾੜੀ ਮਿਲ ਜਾਵੇ ਤੇ ਇਹ ਧਰਮ ਵਾਲਾ ਕਰਮ ਛੱਡ ਕੇ ਪਾਪਾਂ ਵੱਲ ਵੀ ਤੁਰ ਪੈਂਦਾ ਹੈ। ਤਾਂ ਅਜਿਹਾ ਹੀ ਕੁਛ ਮਾਧੋ ਦਾਸ ਬੈਰਾਗੀ ਜੀ ਦੀ ਜ਼ਿੰਦਗੀ ਵਿੱਚ ਹੋਇਆ, ਜਦੋਂ ਉਹਨਾਂ ਦੀ ਸੰਗਤ ਉਹ ਜਿਹੇ ਪੁਰਸ਼ਾਂ ਦੀ ਸੀ ਕਿ ਉਹ ਹਰ ਰੋਜ਼ ਸ਼ਿਕਾਰ ਕਰਿਆ ਕਰਦੇ ਆ। ਤੇ ਸਾਧ ਸੰਗਤ ਫਿਰ ਕੋਈ ਨਾ ਕੋਈ ਐਸੀ ਘਟਨਾ ਜ਼ਿੰਦਗੀ 'ਚ ਘਟਦੀ ਆ ਜਿਹੜੀ ਉਸ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੀ ਆ। ਤੇ ਸਾਧ ਸੰਗਤ ਜਦੋਂ ਇੱਕ ਦਿਨ ਉਹਨੇ ਸ਼ਿਕਾਰ ਕੀਤਾ, ਤੇ ਉਸ ਸਮੇਂ ਜਦੋਂ ਹਿਰਨੀ ਦੇ ਉਹਨਾਂ ਦੀ ਤਲਵਾਰ ਲੱਗਦੀ ਆ, ਤੇ ਉਹ ਦੋ ਹਿੱਸੇ ਹਿਰਨੀ ਦੇ ਹੋ ਜਾਂਦੇ ਆ। ਤਾਂ ਉਸ ਸਮੇਂ ਕੀ ਦੇਖਦੇ ਆ ਕਿ ਉਸ ਹਿਰਨੀ ਦੇ ਗਰਭ ਅੰਦਰ ਦੋ ਬੱਚੇ ਵੀ ਆ। ਹਿਰਨੀ ਦੀ ਮੌਤ ਤੇ ਹੋਣੀ ਸੀ, ਤੇ ਨਾਲ ਉਹ ਜਿਹੜੇ ਮਾਸੂਮ ਬੇਸਮਝ ਜਿਨ੍ਹਾਂ ਦਾ ਹਜੇ ਜਨਮ ਹੋਣਾ ਸੀ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆਉਣਾ ਸੀ, ਤੜਫ ਤੜਫ ਕੇ ਉਹਨਾਂ ਦੀ ਮੌਤ ਹੋਈ। ਤੇ ਜਦੋਂ ਲਛਮਣ ਦਾਸ ਜੀ ਨੇ ਇਹ ਆਪਣੇ ਅੱਖਾਂ ਦੇ ਨਾਲ ਕੌਤਕ ਦੇਖਿਆ, ਤੇ ਉਹਨਾਂ ਦੇ ਮਨ ਦੇ ਵਿੱਚ ਉਸ ਸਮੇਂ ਸਾਧ ਸੰਗਤ ਬਹੁਤ ਵੱਡਾ ਦੁੱਖ ਹੋਇਆ, ਤੇ ਬਹੁਤ ਵੱਡਾ ਪਛਤਾਵਾ ਹੋਇਆ ਕਿ ਇਹ ਮੈਂ ਕੀ ਕਰ ਦਿੱਤਾ। ਤੇ ਸਾਧ ਸੰਗਤ ਉਸ ਤੋਂ ਉਹਨਾਂ ਦਾ ਜਿਹੜਾ ਸਰੀਰ ਹੈ ਸਾਰਾ ਇੱਕਦਮ ਕੰਬ ਉੱਠਿਆ। ਉਹਨਾਂ ਦੇ ਹੱਥ ਵਿੱਚੋਂ ਸ਼ਸਤਰ ਡਿੱਗ ਪਏ ਨੇ, ਤੇ ਮਨ ਵਿੱਚ ਆਇਆ ਅੱਜ ਤੋਂ ਬਾਅਦ ਮੈਂ ਕਿਸੇ ਜੀਵ ਦਾ ਸ਼ਿਕਾਰ ਨਹੀਂ ਕਰਾਂਗਾ। ਤੇ ਸਾਧ ਸੰਗਤ ਉਹਨਾਂ ਦੇ ਮਨ ਵਿੱਚ ਪਛਤਾਵਾ ਆ ਗਿਆ। ਤੇ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਵੀ ਬਹੁਤ ਸਾਰੇ ਫਰਮਾਨ ਕਰਦੇ ਆ, ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਚਨ ਆਉਂਦਾ ਆਪਾਂ ਰੋਜ਼ ਆਸਾ ਦੀ ਵਾਰ ਵਿੱਚ ਪੜ੍ਹਦੇ ਆ, ਸੁਣਦੇ ਆ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸੱਤ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਤਿਗੁਰਾਂ ਵਿੱਚ ਬੜੀ ਵੱਡੀ ਬਖਸ਼ਿਸ਼ ਹੁੰਦੀ ਆ ਕਿ ਜਿਨ੍ਹਾਂ ਨੇ ਸਾਧ ਸੰਗਤ ਮਾਨਸ ਸਰੀਰ ਤੋਂ ਵੀ ਦੇਵਤਾ ਭਾਵ ਪਵਿੱਤਰ ਕਰ ਦਿੱਤਾ। ਦੇਵ ਦਾ ਅਰਥ ਪ੍ਰਕਾਸ਼ ਵੀ ਹੁੰਦਾ ਹੈ, ਅੰਦਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਤੇ ਸਾਧ ਸੰਗਤ ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਤੇ ਸਾਧ ਸੰਗਤ ਜਿਹੜਾ ਪੱਥਰ ਹੈ ਨਾ, ਉਹ ਤਰਨਾ ਬਹੁਤ ਔਖਾ ਹੈ, ਕਿਉਂਕਿ ਉਹਨੂੰ ਪਾਣੀ ਤੇ ਰੱਖਦੇ ਆ ਨਾ, ਉਹ ਨਾਲ ਦੀ ਨਾਲ ਡੁੱਬ ਜਾਂਦਾ ਹੈ। ਪਰ ਲੱਕੜ ਦੀ ਸੰਗਤ ਕਰਕੇ ਉਹ ਪੱਥਰ ਵੀ ਤਰ ਜਾਂਦਾ ਹੈ। ਤਾਂ ਇਸੇ ਤਰ੍ਹਾਂ ਸਾਧ ਸੰਗਤ ਤੇ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ, ਉਹਦੀ ਬਖਸ਼ਿਸ਼ ਹੈ। ਜੇ ਉਹ ਚਾਹੇ ਤੇ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਤੇ ਸਾਧ ਸੰਗਤ ਜਿਵੇਂ ਤ੍ਰੇਤੇ ਯੁੱਗ ਦੇ ਵਿੱਚ ਉਹਨਾਂ ਪੱਥਰਾਂ ਨੇ ਤਰਨਾ ਵੀ ਕੀਤਾ, ਤਾਂ ਇਸੇ ਤਰ੍ਹਾਂ ਸਾਧ ਸੰਗਤ ਜਿਨ੍ਹਾਂ ਦੇ ਮਨ ਪੱਥਰਾਂ ਵਰਗੇ ਹੁੰਦੇ ਆ, ਇੰਨੇ ਕਠੋਰ ਹੁੰਦੇ ਆ ਕਿ ਜਿਵੇਂ ਪੱਥਰ ਨੂੰ ਪਾਣੀ ਵਿੱਚ ਰੱਖੀਏ ਉਹ ਗਿੱਲਾ ਹੋ ਜਾਂਦਾ ਹੈ, ਉਹਨੂੰ ਬਾਹਰ ਕੱਢੀਏ ਉਹ ਸੁੱਕ ਜਾਂਦਾ ਹੈ। ਤੇ ਸਾਧ ਸੰਗਤ ਇਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਹੁੰਦੇ ਆ, ਉਪਦੇਸ਼ ਲੈਂਦੇ ਆ ਤੇ ਕੁਝ ਚਿਰ ਗੁਰੂ ਨੂੰ ਯਾਦ ਰੱਖਦੇ ਆ, ਤੇ ਸੰਗਤ ਨਾ ਹੋਵੇ ਤਾਂ ਉਹ ਭੁੱਲ ਜਾਂਦੇ ਆ, ਪਹਿਲਾਂ ਵਾਲੇ ਕਰਮ ਕਰਨ ਲੱਗ ਜਾਂਦੇ ਆ। ਜਿਹੜੇ ਇਸ ਤਰ੍ਹਾਂ ਦੇ ਪ੍ਰਾਣੀ ਹਨ,
कहते प्रभ भावै तां पात्थर तरावै। जे प्रभु नूं चंगा लगे, अकाल पुरख नूं भा जावे कि वह पत्थरां नूं भी तार दिंदा है। पत्थर वर्गे जिहड़े कठोर दिल वाले प्राणी आ, उन्हां नूं भी तार दिंदे आ। तां इस तरह साध संगत ये भाई लक्ष्मण दास जी होए आ। जदों इन्हां ते किरपा होनी शुरू हुई है परमात्मा की, उस समय मन दे विच पछतावा आ गया, ये मैं की कर दिता, मैनूं एक करना नहीं सी चाहिदा। उस दिन तो शस्त्र इन्हां ने रख दिते आ ते साध संगत उस दिन तो इन्हां ने अपना मन बदलिया, शास्त्र छड्ड दिते आ ते शास्त्र पढ़ने शुरू कर दिते आ। शास्त्र का भाव है, क्योंकि शास्त्र का भाव तलवार तीर धनुख वो सारे शास्त्रां च है, ते साध संगत शास्त्र का भाव हुंदा है धार्मिक ग्रंथ। धार्मिक ग्रंथ पढ़ने शुरू कर दिते, ज्ञान इकट्ठा करना शुरू कर दिता, ते संतां महापुरुषां दी सत संगत विच जाण वास्ते, उन्हां दी प्रेरणा लैण वास्ते मन बना लिया, ते बहुत सारे साधुआं दी संगत विच गए। तां साध संगत अनेकां जिहड़े साधु उन्हां नूं मिले, ते पर उन्हां दे विचों विचरदियां संसार दे विचों एक अमरनाथ नाम दा बजुर्ग जोगी इन्हां नूं मिलिया सी, जिन्हां दा आपां इतिहास विचारिया सी कि किस तरह गुरु गोबिंद सिंह महाराज ने उन्होंने कीड़े की जून चों कढ़ के मुक्त किया। ते साध संगत गोदावरी के किनारे इधरले इलाके में उन्हों का डेरा सी, ते बाबा बंदा सिंह बहादुर माधोदास बैरागी जी जो उन्होंने कोल आए, उन्हों का पहला नाम चाहे लक्ष्मण दास जी सी, उस तो बाद उन्होंने उन्हों का नाम रखता माधोदास। ते इन्हां नूं बैराग होया सी, वो हिरनी का शिकार करके इन्हां दे नाल मगर लगदा सी बैरागी। इन्हें बैरागी हुए, इन्ना तप किया, इन्नी तपस्या की कि इत्थे ही रहन लग पे ते अपना घर-बार भी त्याग दिता सी। ते साध संगत उस तो बाद फिर देखते हैं कि किस तरह श्री गुरु गोबिंद सिंह महाराज जी आए ने। जो गुरु गोबिंद सिंह महाराज जी नाल इत्थे फिर मिलाप हुंदा है, उत्थे हुण सारा इहनूं ज्ञान आ चुकिया, समझ आ चुकी आ कि मेरा जिहड़ा सतगुरु आया है ये पूरा है। सतगुरु मेरा पूरा, मेरा सतगुरु पूरा है। इस करके मैं इन्हां सतगुरां दी शरण विच पै जा, जिन्हां ने मेरे गुरु का उद्धार किया है, ये मेरा भी उद्धार करनगे। ते साध संगत इंसान विच गुण होण, इंसान च तप होवे। आपां अनेकां प्राणी देखिया जिन्हां अंदर तप सी, ते तप वाले अंदर मान बहुत हो जाता है। जोग अभ्यास वाले अंदर जोग का बड़ा मान होंदा है। ते बाबा बंदा सिंह बहादुर माधोदास बैरागी इहदा भी बड़ा वड्डा तप है। पर साध संगत जिवें साध संगत जी सूरज नूं देख करके जिहड़े होर बल्ब हुंदे आ उन्हां दा प्रकाश मद्धम पै जांदा है, इस तरह गुरु रूप सूरज का प्रकाश देख के माधोदास बैरागी दे जिहड़ा तप दा प्रकाश सी वो मद्धम पै गया। ते गुरु दे सतगुरु महाराज के चरणों में पिया है। ते सतगुरु महाराज जी नूं जिहड़ा आखदा सी कि कौन मेरे पलंग के उत्ते आके बैठ गया, इन्हां नूं उठा दिता जावे, वो साध संगत हुण गुरु साहब के चरणों में बेनतियां करदा है। आपां पढ़िया है, अपनी सेवा मोहे फरमावो, जिहदे अंदर अपने जोग तप दा मान सी, वो हुण निमरता दे विच आके बेनती करदा है, अपनी सेवा मोहे फरमावो कि सतगुरु महाराज हुण तुसीं मेरे ते किरपा करो। इस तो जिहड़ा पहला वचन आपां पढ़िया सी, कहा कहो प्रभु तुम करना करिए है, उही प्राणी गुरु गोबिंद सिंह महाराज पिता सतगुरां दे चरणों च बेनती करता है कि हे अकाल पुरख सतगुरु दे स्वरूप आप मेरे ते किरपा करो। करना दा भाव हुंदा है दया, कर दया मोहे लड़ पुना, जिवें वचन हुंदा है दया करके मैनू अपने चरणों च ला लो। ते साध संगत जितने भी धर्म होए आ, धर्म जिहड़ा है साध संगत दया का पुत्र है, धौल धर्म दया का पूत। ते साध संगत जिथे दया आ जाती है उत्थे धर्म विच वाधा होना शुरू हो जाता है। ते गुरु गोबिंद सिंह महाराज आप दया के घर है, ते इन्हां ने बेनती की तुसीं मेरे उत्ते दया करो, मोर कर्म पर दृष्ट ना धरी है, ते जिहड़े मैं कर्म कीते आ तुसीं आए
ਤੇ ਮੈਥੋਂ ਤੁਹਾਡਾ ਨਰਾਦਰ ਹੋ ਗਿਆ ਹੈ। ਇਹ ਮੈਂ ਇੱਕ ਕਰਮ ਕੀਤਾ, ਠੀਕ ਕਰਮ ਨਹੀਂ ਕੀਤਾ। ਸਤਿਗੁਰੂ ਜੀ ਕਿਰਪਾ ਕਰਿਓ, ਮੇਰੇ ਕੀਤੇ ਹੋਏ ਕਰਮਾਂ ਤੇ ਤੁਸੀਂ ਦ੍ਰਿਸ਼ਟੀ ਨਾ ਪਾਇਓ। ਕਿਉਂਕਿ ਸਾਧ ਸੰਗਤ, ਜੇਕਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਧਰਮ ਹੈ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਤਾ। ਜਿਵੇਂ ਸਾਧ ਸੰਗਤ ਇੱਕ ਪਿਤਾ ਦਾ ਧਰਮ ਹੈ, ਪੁੱਤਰ ਆ ਕੇ ਕਹਿ ਦੇਵੇ ਮੈਥੋਂ ਭੁੱਲ ਹੋ ਗਈ, ਉਹਨੂੰ ਬਖਸ਼ ਦਿੰਦਾ ਹੈ। ਕੋਈ ਉਸਤਾਦ ਹੈ, ਉਹਦਾ ਚੇਲਾ ਆ ਕੇ ਉਹਨੂੰ ਕਹਿ ਦੇਵੇ ਮੈਥੋਂ ਭੁੱਲ ਹੋ ਗਈ, ਉਹ ਮਾਫ ਕਰ ਦਿੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਦਾ ਧਰਮ ਹੈ, ਜਿਹੜਾ ਸ਼ਰਨ ਵਿੱਚ ਆ ਕੇ ਭੁੱਲ ਮੰਗ ਲੈਂਦਾ ਹੈ, ਉਹਨੂੰ ਸਤਿਗੁਰੂ ਜੀ ਬਖਸ਼ ਦਿੰਦੇ ਆ। ਧਰਮ ਹੀ ਇੰਨਾ ਵੱਡਾ ਹੈ। ਤੇ ਸਾਧ ਸੰਗਤ, ਜਿਵੇਂ ਕਵੀ ਜੀ ਨੇ ਬਚਨ ਵੀ ਲਿਖੇ ਆ, ਕਹਿੰਦੇ ਨੇ ਕਾਗਦ ਲੇਖਾ ਜਉ ਕਰੋ, ਕਹਾਂ ਪੁਜਾਵੈ ਨਾਥ, ਅਵਗਣ ਹਮਰੇ ਬਖਸ਼ੀਏ, ਮਾਥੇ ਧਰਕੈ ਹਾਥ। ਉਹ ਕਵੀ ਲਿਖਦਾ, ਕਹਿੰਦਾ ਜੇਕਰ ਸਤਿਗੁਰੂ ਜੀ, ਅਕਾਲ ਪੁਰਖ ਜੀ, ਪਰਮਾਤਮਾ ਜੀ, ਤੁਸੀਂ ਸਾਡੇ ਔਗਣਾਂ ਵਾਲੀ ਲਿਸਟ ਪਹਿਲਾਂ ਖੋਲੋਗੇ ਤੇ ਇਹ ਲੇਖਾ ਪਤਾ ਨਹੀਂ ਕਿੱਥੋਂ ਤੱਕ ਪਹੁੰਚ ਜਾਣਾ। ਇਹ ਲੇਖਾ ਪਤਾ ਨਹੀਂ ਕਿੰਨੇ ਕਾਗਜ਼ ਭਰ ਜਾਣੇ ਆ। ਪਰ ਆਪ ਕਿਰਪਾ ਕਰੋ, ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਤੇ ਸਾਡੇ ਔਗਣ ਬਖਸ਼ ਕੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਲਾ ਲਓ, ਸਾਡਾ ਉਧਾਰ ਕਰ ਦਿਓ। ਇਹ ਸਾਧ ਸੰਗਤ 10 ਪਾਤਸ਼ਾਹੀਆਂ ਦੇ ਜੀਵਨ ਵਿੱਚ ਦੇਖੋ, ਸਤਿਗੁਰੂ ਜੀ ਪਰਉਪਕਾਰ ਕਰਦੇ ਆਏ ਆ। ਚਾਹੇ ਉਹ ਸੱਜਣ ਸੀ, ਉਹ ਠੱਗਦਾ ਸੀ ਦੁਨੀਆ ਨੂੰ, ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਪੈ ਗਿਆ, ਉਹਨੂੰ ਵੀ ਗੁਰੂ ਸਾਹਿਬ ਨੇ ਤਾਰਤਾ। ਤੇ ਚਾਹੇ ਉਹ ਮਲਕ ਭਾਗੋ ਸੀ, ਦੁਨੀਆ ਨੂੰ ਤੰਗ ਕਰਦਾ ਸੀ, ਟੈਕਸ ਲਾ ਕੇ ਆਪਣੇ ਵੱਲੋਂ ਕਈ ਤਰ੍ਹਾਂ ਦੇ ਢੰਗ ਨਾਲ ਲੋਕਾਂ ਤੋਂ ਪੈਸੇ ਖੋਹ ਲੈਂਦਾ ਸੀ, ਉਹਨਾਂ ਨੂੰ ਤੰਗ ਕਰਦਾ ਸੀ, ਗਰੀਬਾਂ ਨੂੰ। ਜਦੋਂ ਗੁਰੂ ਸਾਹਿਬ ਦੇ ਚਰਨ ਵਿੱਚ ਪੈ ਗਿਆ, ਗੁਰੂ ਸਾਹਿਬ ਨੇ ਉਹਦਾ ਵੀ ਉਧਾਰ ਕਰਤਾ। ਇਸ ਕਰਕੇ ਜੋ ਜੋ ਪ੍ਰਾਣੀ ਗੁਰੂ ਸਾਹਿਬ ਦੇ ਚਰਨਾਂ 'ਚ ਚਾਹੇ ਅੱਜ ਆ ਕੇ ਪੈ ਜਾਵੇ, ਮਹਾਰਾਜ ਮੈਨੂੰ ਬਖਸ਼ ਲਓ, ਮੈਥੋਂ ਭੁੱਲਾਂ ਹੋ ਗਈਆਂ ਨੇ, ਤੇ ਸਤਿਗੁਰੂ ਉਹਨਾਂ ਨੂੰ ਵੀ ਬਖਸ਼ ਦਿੰਦੇ ਆ, ਆਪਣੇ ਗਲੇ ਨਾਲ ਲਾ ਲੈਂਦੇ ਆ। ਇਸ ਕਰਕੇ ਮਾਧੋ ਦਾਸ ਬੈਰਾਗੀ ਜੀ ਆਖਦੇ ਆ, ਪ੍ਰਭੂ ਤੁਮ ਕਰਨਾ ਕਰੀਆ ਹੈ, ਮੋਰ ਕਰਮ ਪਰ ਦ੍ਰਿਸ਼ਟ ਨਾ ਧਰੀਆ ਹੈ। ਹੇ ਸਤਿਗੁਰੂ, ਮੇਰੇ ਕੀਤੇ ਹੋਏ ਕਰਮਾਂ ਤੇ ਤੁਸੀਂ ਦ੍ਰਿਸ਼ਟੀ ਨਾ ਪਾਇਓ। ਆਪ ਦੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਆਪਣੀ ਸੇਵਾ ਮੋਹਿ ਫਰਮਾਵੋ। ਤੇ ਬਚਨ ਕੀਤਾ, ਸਤਿਗੁਰੂ ਜੀ ਮੈਂ ਇੱਕ ਤੁਹਾਡਾ ਸੇਵਕ ਹਾਂ। ਤੇ ਸੇਵਕ ਦਾ ਕੀ ਫਰਜ਼ ਹੈ? ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਤੇ ਸੇਵਕ ਸਵਾਲ ਨਹੀਂ ਕਰਦਾ, ਸੇਵਕ ਬੇਨਤੀ ਕਰਦਾ ਹੈ, ਮਹਾਰਾਜ ਮੈਨੂੰ ਹੁਕਮ ਕਰੋ, ਤੇ ਜੋ ਤੁਸੀਂ ਹੁਕਮ ਕਰੋਗੇ ਮੈਂ ਉਹਦਾ ਪਾਲਣ ਕਰਕੇ ਉਹ ਕਾਰਜ ਪੂਰਾ ਕਰਾਂਗਾ। ਤੇ ਸਾਧ ਸੰਗਤ ਮਾਧੋ ਦਾਸ ਬੈਰਾਗੀ ਜੀ ਆਖਦੇ ਆ, ਇਹ ਪ੍ਰਭੂ ਸਤਿਗੁਰੂ ਹੁਣ ਤੁਸੀਂ ਮੈਨੂੰ ਆਪਣੀ ਸੇਵਾ ਦੱਸੋ ਜੀ। ਰਾਖ ਲਿਓ ਸਰਨਾਗਤ ਪਰਿਓ। ਤੇ ਆਖਦੇ ਆ ਹੁਣ ਆਪਣੇ ਚਰਨਾਂ ਕਮਲਾਂ ਦੇ ਵਿੱਚ ਤੁਸੀਂ ਮੈਨੂੰ ਲਾ ਲਓ। ਹੁਣ ਤੁਹਾਡੇ ਚਰਨ ਛੱਡ ਕੇ ਮੈਂ ਕਿਤੇ ਹੋਰ ਨਹੀਂ ਜਾਣਾ। ਕਿਉਂਕਿ ਬਹੁਤ ਸਾਰੇ ਪੀਰ ਫਕੀਰ ਸਾਧ ਅਸੀਂ ਦੇਖਿਆ, ਪਰ ਆਪ ਜੀ ਵਰਗਾ ਪੂਰਨ ਸਤਿਗੁਰੂ ਅੱਜ ਸਾਨੂੰ ਪਹਿਲੀ ਵਾਰ ਮਿਲਿਆ, ਤੁਹਾਡੇ ਦਰਸ਼ਨ ਹੋਏ ਨੇ। ਇਸ ਕਰਕੇ ਬੇਨਤੀ ਕਰਦੇ ਆ, ਹੇ ਪ੍ਰਭੂ ਜੀ ਰਾਖ ਲਿਓ ਸ਼ਰਨਾਗਤ ਪਰਿਓ। ਸ਼ਰਨਾਗਤ ਸ਼ਬਦ ਹੈ, ਸ਼ਰਨ ਪਲਸ ਆਪ ਪਲਸ ਗਤ, ਜਿਹਦਾ ਅਰਥ ਹੈ ਸ਼ਰਨ। ਜਿਹੜਾ ਸ਼ਰਨ ਦੇ ਵਿੱਚ ਆਪ ਪਲਸ ਆ ਗਿਆ, ਕਹਿੰਦੇ ਗਤ ਉਹਦੀ ਮੁਕਤੀ ਕਰ ਦਿੱਤੀ, ਉਹਦਾ ਪਾਰ ਉਤਾਰਾ ਕਰਤਾ। ਤੇ ਸਾਧ ਸੰਗਤ ਉਹ ਵੀ ਅਗਾਹ ਵਿਦਵਾਨ ਸੀ, ਆਖਦਾ ਰਾਖ ਲਿਓ ਸ਼ਰਨਾਗਤ ਪਰਿਓ। ਸਤਿਗੁਰੂ ਮੈਨੂੰ ਤੁਸੀਂ ਆਪਣੇ ਚਰਨਾਂ 'ਚ ਰੱਖ ਲਓ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ ਜੀ। ਦੀਨ ਦੇਖ ਪ੍ਰਭ ਬਿਗਸ ਉਚਰਿਓ। ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦਾ ਸੁਭਾਅ ਕਿਹੋ ਜਿਹਾ ਹੈ, ਕਿੰਨੀ ਨਿਮਰਤਾ ਵਾਲਾ ਹੈ। ਉਹ ਦੇਖਦੇ ਨੇ ਦੀਨ ਦੇਖ ਪ੍ਰਭ ਬਿਗਸ ਉਚਰਿਓ। ਤਾਂ ਜਿੱਥੇ ਸਾਧ ਸੰਗਤ ਨਿਮਰਤਾ ਦਾ ਵਚਨ ਆਉਂਦਾ ਹੈ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਚਮਕੌਰ ਸਾਹਿਬ ਦੀ ਗੜ੍ਹੀ ਦੇ ਵਿੱਚ ਵੀ ਆਪਣੇ ਸਿੱਖ ਸੇਵਕਾਂ ਦੀ ਆਪ ਸਤਿਕਾਰ ਕਰਦੇ ਹੋਏ ਰਾਤ ਦੇ ਸਮੇਂ ਸੇਵਾ ਕਰਦੇ ਆ। ਜਿੱਥੇ ਸਾਧ ਸੰਗਤ ਹੰਕਾਰ ਦੀ ਗੱਲ ਆਉਂਦੀ ਹੈ, ਕੋਈ ਹੰਕਾਰ ਦੇ ਨਾਲ ਗੁਰੂ ਸਾਹਿਬ ਨੂੰ ਝੁਕਣ ਵਾਸਤੇ ਆਖਦਾ ਹੈ, ਉੱਥੇ ਸਾਧ ਸੰਗਤ ਦੇ 10 ਲੱਖ ਫੌਜ ਵੀ ਦਿੱਲੀ ਤੋਂ ਚੜ੍ਹ ਕੇ ਆ ਜਾਂਦੀ ਹੈ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਮਾਨ ਤੋੜਨ ਵਾਸਤੇ
ਉਹਨਾਂ ਦੇ ਨਾਲ ਜੰਗ ਯੁੱਧ ਕਰਨ ਵਾਸਤੇ ਵੀ ਤਿਆਰ ਹੁੰਦੇ ਆ। ਇਸੇ ਕਰਕੇ ਸਾਧ ਸੰਗਤ ਇੱਥੇ ਜਿਹੜਾ ਹੁਣ ਬਚਨ ਆਇਆ ਹੈ, ਦੀਨ ਦੇਖ ਪ੍ਰਭ ਬਿਕਸ ਉਚਰਿਓ, ਦੇਖਿਆ ਵੀ ਇਹ ਦੀਨ ਹੋ ਗਿਆ ਤੇ ਹੁਣ ਇਹ ਛਲ ਵਿੱਚ ਪੈ ਚੁੱਕਿਆ ਹੈ। ਕਿਉਂਕਿ ਸਾਧ ਸੰਗਤ ਦੇਖਣਾ ਪੈਂਦਾ ਹੈ ਜ਼ਿਮੀਂਦਾਰ ਨੂੰ ਪਹਿਲੇ ਵੀ ਸਾਡਾ ਜਿਹੜਾ ਖੇਤ ਹੈ ਉਹ ਹੁਣ ਸੁਹਾਗਾ ਲਾ ਕੇ ਇੱਕੋ ਜਿਹਾ ਹੋ ਚੁੱਕਿਆ ਹੈ ਤੇ ਹੁਣ ਇਹ ਜ਼ਮੀਨ ਜਿਹੜੀ ਆ 72 ਦੇ ਯੋਗ ਆ, ਹੁਣ ਬੀਜਣ ਦੇ ਯੋਗ ਹੈ। ਉਦੋਂ ਜਦੋਂ ਬੀਜਦਾ ਤੇ ਸਾਧ ਸੰਗਤ ਫਸਲ ਬਹੁਤ ਵਧੀਆ ਹੁੰਦੀ ਆ ਤੇ ਸਾਧ ਸੰਗਤ ਜਦੋਂ ਰੁੱਤ ਹੋਰ ਹੋਵੇ, ਬੀਜ ਹੋਰ ਹੋਵੇ ਤੇ ਸਾਧ ਸੰਗਤ ਉਦੋਂ ਫਿਰ ਫਸਲ ਪੂਰੀ ਨਹੀਂ ਹੁੰਦੀ। ਇਸੇ ਤਰ੍ਹਾਂ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦਾ ਜੋ ਉਪਦੇਸ਼ ਹੈ ਉਹ ਕੋਈ ਵੀ ਪ੍ਰਾਣੀ, ਚਾਹੇ ਹਿੰਦੂ ਆਵੇ, ਚਾਹੇ ਮੁਸਲਮਾਨ ਆਵੇ, ਈਸਾਈ ਸਿੱਖ ਜੋ ਵੀ ਆਵੇ, ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਸਾਰਿਆਂ ਦਾ ਉਪਦੇਸ਼ ਦੇ ਕੇ ਪਾਰ ਉਤਾਰਾ ਕਰਦੇ ਆ। ਤਾਂ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਬਚਨ ਕੀਤਾ, ਬੇਨਤੀ ਕੀਤੀ ਆ, ਪ੍ਰਭੂ ਮੈਨੂੰ ਚਰਨਾਂ 'ਚ ਰੱਖੋ, ਦੀਨ ਦੇਖ ਪ੍ਰਭ ਬਿਕਸ ਉਚਰਿਓ, ਗਰੀਬ ਦੇਖ ਕੇ ਸ਼ਰਨ ਵਿੱਚ ਪਿਆ ਹੋਇਆ ਦੇਖ ਕੇ ਸਾਧ ਸੰਗਤ ਸਤਿਗੁਰੂ ਮਹਾਰਾਜ ਆਪਣੇ ਮੁਖ ਤੋਂ ਬਚਨ ਉਚਾਰਨ ਕਰਦੇ ਆ ਜੀ। ਹਮ ਕੋ ਹੁਕਮ ਅਹਿ ਕਰਤਾਰਾ, ਤੇ ਜੋ ਬਚਨ ਆਪਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਪੜ੍ਹਦੇ ਆ ਕਿ ਅਕਾਲ ਪੁਰਖ ਬਾਜ ਕੀਟ ਪ੍ਰਤ, ਆਪਣੇ ਆਪ ਵਿੱਚ ਬੜੀ ਨਿਮਰਤਾ ਰੱਖੀ ਆ। ਉੱਥੇ ਸਾਰੇ ਬਚਨ ਸਮਝਾਏ ਆ ਗੁਰੂ ਸਾਹਿਬ ਨੇ ਕਿ ਅਕਾਲ ਪੁਰਖ ਦਾ ਸਾਨੂੰ ਕੀ ਹੁਕਮ ਹੋਇਆ ਹੈ। ਤੇ ਸਾਧ ਸੰਗਤ ਇੱਥੇ ਬਚਨ ਕਰਦੇ ਆ, ਹਮ ਕੋ ਹੁਕਮ ਅਹਿ ਕਰਤਾਰਾ, ਆਖਦੇ ਨੇ ਅਸੀਂ ਕੋਈ ਆਪਣੀ ਮਰਜ਼ੀ ਨਾਲ ਤੁਹਾਨੂੰ ਨਹੀਂ ਆਖ ਰਹੇ, ਇਹ ਅਕਾਲ ਪੁਰਖ ਪਰਮਾਤਮਾ ਵੱਲੋਂ ਸਾਨੂੰ ਹੁਕਮ ਹੋਇਆ ਹੈ ਜੀ। ਬਿਤਤਾਪ ਹੋ ਜਗ ਪੰਥ ਕਰਾਰਾ, ਇਹ ਜਿਹੜਾ ਖਾਲਸਾ ਪੰਥ ਜਗਤ ਦੇ ਅੰਦਰ ਪ੍ਰਗਟ ਹੋਇਆ ਹੈ, ਇਹਨੂੰ ਤੁਸੀਂ ਹੋਰ ਬਿਤਤਾਪ ਦਾ ਭਾਵ ਸੰਸਾਰ ਵਿੱਚ, ਦੁਨੀਆ ਵਿੱਚ ਪ੍ਰਗਟ ਕਰਨਾ ਹੈ ਜੀ। ਤੁਰਕ ਤੇਜ ਕੋ ਕਰੋ ਬਿਨਾਸਾ, ਤੇ ਜੋ ਤੁਰਕਾਂ ਦਾ ਇਹ ਰਾਜ ਹੈ, ਕਿਸੇ ਟਾਈਮ ਪਹਿਲੀ ਪਾਤਸ਼ਾਹੀ ਤੋਂ ਇਹਨਾਂ ਨੇ ਬਲ ਪ੍ਰਾਪਤ ਕੀਤਾ ਤੇ ਸਾਧ ਸੰਗਤ ਨਾਲ ਬਚਨ ਹੋਇਆ ਸੀ ਜੇ ਪਾਪ ਗੁਨਾਹ ਕਰਨ ਲੱਗ ਪਏ ਤੇ ਤੁਹਾਡਾ ਤੇਜ ਨਾਸ਼ ਹੋ ਜਾਊਗਾ। ਤਾਂ ਸਾਧ ਸੰਗਤ ਜਦੋਂ ਪਾਪਾਂ ਦਾ ਭਾਰ ਵੱਧ ਗਿਆ ਤੇ ਗੁਰੂ ਸਾਹਿਬ ਬਚਨ ਕਰਦੇ ਆ, ਤੁਰਕ ਤੇਜ ਕੋ ਕਰੋ ਵਿਨਾਸ਼ਾ, ਤੇ ਹੁਣ ਜਿਹੜੇ ਤੁਰਕਾਂ ਦਾ ਤੇਜ ਹੈ ਉਹ ਨਾਸ਼ ਬਹੁਤ ਹੋ ਚੁੱਕਿਆ ਹੈ ਤੇ ਜੋ ਰਹਿੰਦਾ ਹੈ ਉਹ ਵੀ ਨਾਸ਼ ਕਰਨਾ ਹੈ ਜੀ। ਜੋ ਅਬ ਪਸਰ ਰਹੋ ਚੌ ਪਾਸਾ, ਤੇ ਜੋ ਆਪਣੇ ਹੰਕਾਰ ਦੇ ਵਿੱਚ ਚਾਰੇ ਪਾਸੇ ਪਸਰਿਆ ਹੋਇਆ ਹੈ ਤੇ ਇਹਨਾਂ ਦੇ ਅੰਦਰ ਇੰਨਾ ਮਾਨ ਹੋ ਚੁੱਕਿਆ ਹੈ ਕਿ ਹੁਣ ਇਹ ਨਾ ਗਊ ਗਰੀਬ ਦੀ ਰੱਖਿਆ ਕਰਦੇ ਆ, ਨਾ ਉਹਨਾਂ ਵੱਲ ਦੇਖਦੇ ਆ, ਇਹ ਜ਼ੁਲਮੀ ਹੋ ਚੁੱਕੇ ਆ ਤੇ ਇਹਨਾਂ ਦਾ ਜਿਹੜਾ ਜ਼ੁਲਮ ਹੈ ਉਹ ਤੁਸੀਂ ਰੋਕਣਾ ਹੈ। ਤਾਂ ਇਸ ਕਰਕੇ ਸਾਧ ਸੰਗਤ ਜੀ ਮਾਧੋ ਦਾਸ ਵੈਰਾਗੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਬਚਨ ਕਰਦੇ ਨੇ, ਜਿਨ੍ਹਾਂ ਦੇ ਹੱਥ ਵਿੱਚ ਪਹਿਲਾਂ ਵੀ ਤਲਵਾਰ ਸੀ, ਉਦੋਂ ਕਿਸੇ ਜੀਵਾਂ ਦੀ ਹੱਤਿਆ ਕਰਦੇ ਨੇ, ਪਰ ਜੋ ਸ੍ਰੀ ਸਾਹਿਬ ਕਿਰਪਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਵੱਲੋਂ ਇਹਨਾਂ ਨੂੰ ਬਖਸ਼ਿਸ਼ ਕਰਨੀ ਆ, ਤੀਰ ਬਖਸ਼ਿਸ਼ ਕਰਨੇ ਹਨ ਸਾਧ ਸੰਗਤ, ਉਹ ਫਿਰ ਜੋ ਗਊ ਗਰੀਬ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨੇ ਹਨ। ਤੇ ਇਹ ਸਤਿਗੁਰੂ ਮਹਾਰਾਜ ਦੀ ਆਪਣੀ ਮਿਹਰ ਹੈ, ਕਿਉਂਕਿ ਉਹ ਚਾਹੁਣ ਤੇ ਜੋ ਰਾਖਸ਼ ਬੁੱਧੀ ਆ ਉਹਨੂੰ ਦੇਹ ਬੁੱਧੀ ਬਣਾ ਕੇ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਕੇ ਉਹਨਾਂ ਦਾ ਉਧਾਰ ਕਰ ਸਕਦੇ ਆ, ਕਰਦੇ ਰਹੇ ਆ। ਅੱਜ ਵੀ ਗੁਰੂ ਦੀ ਬਾਣੀ ਰਾਹੀਂ, ਗੁਰੂ ਸਾਹਿਬ ਦੇ ਬਚਨਾਂ ਰਾਹੀਂ ਬੇਅੰਤ ਪ੍ਰਾਣੀਆਂ ਦਾ ਉਧਾਰ ਹੋ ਰਿਹਾ ਹੈ, ਜੀਵਨ ਬਦਲ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਗੁਰਬਾਣੀ ਰਾਹੀਂ, ਗੁਰ ਇਤਿਹਾਸ ਨੂੰ ਪੜ੍ਹ ਸੁਣ ਕੇ ਬੇਅੰਤ ਪ੍ਰਾਣੀਆਂ ਦੇ ਜੀਵਨ ਨੇ ਉਧਾਰ ਵਿੱਚ ਆਉਣਾ ਹੈ, ਸਫਲ ਹੋਣਾ ਹੈ। ਸੋ ਸਾਧ ਸੰਗਤ ਅੱਗੇ ਜੋ ਇਤਿਹਾਸ ਹੈ ਉਹ ਆਪਾਂ ਕੱਲ੍ਹ ਦੇ ਸਮੇਂ ਫੇਰ ਗੁਰੂ ਸਾਹਿਬ ਦੀ ਬਖਸ਼ਿਸ਼ ਕਿਰਪਾ ਨਾਲ ਵਿਚਾਰ ਕਰਾਂਗੇ। ਸੋ ਇੱਥੋਂ ਤੱਕ ਵਿਚਾਰ ਕਰਦਿਆਂ ਤੋਂ ਬੇਅੰਤ ਭੁੱਲਾਂ ਦੀ ਖਿਮਾ ਸਮੂਹ ਸਾਧ ਸੰਗਤ ਦੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ। ਤੁਰਕ ਤੇਜ ਕੋ ਕਰੋ ਬਿਨਾਸਾ, ਜੋ ਅਬ ਪਸਰ ਰਹੇ